ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਧੰਨਵਾਦ ਸੁਖਵਿੰਦਰ ਜੀ। ਪਰ ਅੱਜ ਸੱਚਮੁੱਚ ਇੱਕ ਰਿਪੋਰਟ ਨੇ ਦਿਲ ਕੰਬਾ ਛੱਡਿਆ ਤੇ ਤੁਹਾਡੇ ਨਾਲ ਪ੍ਰੋਗਰਾਮ ਕਰਦਿਆਂ ਵੀ ਮੈਂ ਪਹਿਲਾਂ ਹੀ ਖਿਮਾ ਮੰਗ ਲੈਂਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਸੁਣਨਾ ਹੈ ਕਿ ਜੇ ਕਿਤੇ ਦਿਲ ਭਰ ਗਿਆ ਤਾਂ ਮਾਫ ਕਰ ਦੇਣਾ, ਕਿਉਂਕਿ ਦਰਅਸਲ ਕਿਸੇ ਦੀ ਪੀੜ ਨੂੰ ਮਹਿਸੂਸ ਕਰਨਾ ਵੀ ਬਿਰਲਿਆਂ ਦੇ ਹਿੱਸੇ ਆਉਂਦਾ, ਜੇ ਹਰ ਕਿਸੇ ਨੂੰ ਕਿਸੇ ਦੂਸਰੇ ਦੀ ਪੀੜ ਮਹਿਸੂਸ ਕਰਨ ਦਾ ਢੰਗ ਵੀ ਨਹੀਂ ਕਈ ਵਾਰ ਆਉਂਦਾ। ਜੀ, ਮੈਂ ਸ਼ੁਰੂਆਤ ਕਰਨ ਲੱਗਿਆ ਕਿ ਗੱਲਬਾਤ ਦਾ ਵਿਸ਼ਾ ਆ, ਜਿਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪਹਿਲ ਕੀਤੀ ਹੈ ਕਿ ਜਿਹੜੇ 10 ਲੱਖ ਦੇ ਕਰੀਬ ਪੰਜਾਬੀ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਮਾਰੇ ਗਏ ਜਾਂ ਇਧਰੋਂ ਉਧਰ ਹੋ ਗਏ, ਪਾਕਿਸਤਾਨ ਵਿੱਚ ਕੁਝ ਰਹਿ ਗਏ, ਕਈਆਂ ਦਾ ਕਤਲੇਆਮ ਹੋਇਆ, ਮਾਰਿਆ ਗਿਆ, ਕਈਆਂ ਦੇ ਨਾਲ ਜਬਰ ਜਨਾਹ ਤੱਕ ਵੀ ਹੋਇਆ ਹੋਣਾ। ਇਹੋ ਜਿਹੀਆਂ ਖਬਰਾਂ ਜਿਹੜੀਆਂ ਤੁਸੀਂ ਸੁਣਦੇ ਰਹਿੰਦੇ ਆ, ਉਹਨਾਂ ਨੂੰ ਸਮੂਹਿਕ ਅਰਦਾਸ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਉਹਨਾਂ ਨੂੰ ਯਾਦ ਕੀਤਾ ਜਾਏਗਾ। ਇੱਕ ਚੰਗਾ 16 ਅਗਸਤ ਦਾ ਪ੍ਰੋਗਰਾਮ ਉਲੀਕਿਆ, ਪਰ ਇਹਦੇ ਵਿਚਾਲੇ ਜਦੋਂ ਅਸੀਂ ਇਹਦੇ ਉੱਤੇ ਘੋਖ ਕਰਦੇ ਹਾਂ ਕਿ ਆਜ਼ਾਦੀ ਦੇ ਸੰਗਰਾਮ ਦੇ ਵਿੱਚ, ਸੰਘਰਸ਼ ਦੇ ਵਿੱਚ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਤੇ ਭਾਰਤ ਆਜ਼ਾਦ ਹੋਣ ਤੋਂ ਬਾਅਦ ਔਰਤਾਂ ਦੀ ਭੂਮਿਕਾ ਕਿਸ ਤਰ੍ਹਾਂ ਰਹੀ ਤੇ ਉਹਨੂੰ ਅਣਗੌਲਿਆ ਕਿਉਂ ਕੀਤਾ ਗਿਆ। ਹੁਣ ਤੱਕ ਬਹੁਤ ਸ਼ਹੀਦਾਂ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਪਰ ਔਰਤਾਂ ਨੇ ਕਿੰਨਾ ਦੁੱਖ ਝੱਲਿਆ, ਕਿੰਨੀ ਪੀੜਾ ਝੱਲੀ। ਕਿਸੇ ਦੇ ਮਾਪੇ ਵਿਛੜ ਗਏ, ਕਿਸੇ ਦਾ ਪੁੱਤ ਭਰਾ ਵਿਛੜ ਗਏ, ਹੋਰ ਵੀ ਬਹੁਤ ਇਹੋ ਜਿਹੇ ਤਸੀਹੇ ਜਿਹੜੇ ਉਹਨਾਂ ਨੂੰ ਝੱਲਣੇ ਪਏ। ਦੇਖੋ, ਮੈਂ ਆਪ ਤਾਂ ਕੰਨੀ ਸੁਣੀਆਂ ਹੀ ਗੱਲਾਂ ਨੇ, ਨਹੀਂ ਤਾਂ ਉਦੋਂ, ਪਰ ਜਿਵੇਂ ਮੇਰੇ ਵੀ ਪਾਪਾ ਜੀ ਜਾਂ ਮੰਮੀ ਸਾਰੇ ਉੱਧਰੋਂ ਉੱਜੜ ਕੇ ਜਦੋਂ ਆਏ ਸੀ, ਜਿਸ ਤਰੀਕੇ ਦੀਆਂ ਉਹਨਾਂ ਤੋਂ ਗੱਲਾਂ ਸੁਣਦੇ ਸਾਂ, ਕਿਵੇਂ ਗੱਡੀਆਂ ਲਹੂ ਦੀਆਂ ਭਰੀਆਂ ਲਾਸ਼ਾਂ ਦੀਆਂ, ਕਿਸ ਤਰੀਕੇ ਥੱਲੇ ਜੰਮਿਆ ਹੋਇਆ ਲਹੂ ਵਗ ਵਗ ਕੇ ਇੱਕ ਦਰਿਆ ਵਾਂਗ ਹੀ ਬਣ ਗਿਆ ਸੀ। ਜਿਵੇਂ ਹਾਲ ਸੀ ਕਿ ਕਿਤੇ ਲੱਤ ਵੱਡੀ ਮਿਲਦੀ ਸੀ, ਕਿਤੇ ਬਾਂਹ ਵੱਡੀ ਮਿਲਦੀ ਸੀ, ਤੇ ਕਿਸ ਤਰੀਕੇ ਜਦੋਂ ਮੈਨੂੰ ਜ਼ਿਕਰ ਕਰਦੇ ਸਨ, ਭਿੰਡੀਆਂ ਵਾਂਗ ਤੂਸੇ ਹੋਏ ਕਿਵੇਂ ਪੈਕਟ ਲੋਕ ਨਿਕਲਦੇ ਸਨ, ਕਿਸ ਤਰ੍ਹਾਂ ਰਾਤ ਦੇ ਹਨੇਰੇ ਚੋਂ ਅੱਲਾਹੂ ਅਕਬਰ ਸੁਣ ਕੇ ਜਦੋਂ ਉਹ ਦਹਿਲਦੇ, ਕਿਵੇਂ ਰੀਂਗਦੇ ਹੋਏ ਘਾਹ ਦੇ ਵਿੱਚੋਂ ਦੀ ਲੰਘਣਾ, ਤੇ ਕਿਸ ਤਰੀਕੇ ਉਹਨਾਂ ਦੀ ਨਜ਼ਰੀ ਪਿਆ ਕਿ ਜਦੋਂ ਇੱਕ ਲਾਸ਼ ਪਈ ਸੀ ਮਾਂ ਦੀ ਵੱਡੀ ਟੁੱਕੀ, ਤਾਂ ਉਹਦੀ ਛਾਤੀ ਨਾਲ ਚਿੰਬੜਿਆ ਬਾਲ ਸੀ ਜੋ ਉੱਥੇ ਰੋਂਦਾ, ਮਾਂ ਬੁਲਾਉਂਦਾ, ਤੇ 1.5-2 ਸਾਲ ਦਾ। ਇਸ ਤਰੀਕੇ ਦੀ ਇਹੋ ਜਿਹੀ ਯਾਨੀ ਦਿਲ ਕੰਬਾਊ ਸੀ ਗੱਲਾਂ, ਜਾਂ ਹੋਰ ਵੀ ਜੋ ਮੇਰੀਆਂ ਨਾਲ ਦੀਆਂ ਸਹੇਲੀਆਂ ਸਨ ਉਹਨਾਂ ਦੇ ਮਾਪਿਆਂ ਤੋਂ ਜੋ ਸੁਣੀਆਂ, ਕਿਵੇਂ ਉਹਨਾਂ ਦੇ ਆਪਣੇ ਪਿਓ ਨੇ ਉਹਨਾਂ ਦੇ ਉੱਤੇ ਕੱਜ ਕੇ ਆਪ ਲਾਸ਼ ਬਣ ਗਏ, ਯਾਨੀ ਤੇ ਥੱਲੇ ਉਹਨਾਂ ਦੇ ਲਹੂ 'ਚ ਲਿਬੜੀ ਉਹਨਾਂ ਦੀ ਧੀ ਜੋ ਬਚ ਕੇ ਇੱਥੇ ਆਈ, ਉਹ ਮੇਰੀ ਸਹੇਲੀ ਦੀ ਮਾਂ ਹੀ ਸੀ। ਯਾਨੀ ਸੁਣ ਕੇ ਬੜਾ ਦਿਲ ਜਿਹਾ ਕੰਬਦਾ। ਪਰ ਇਹ ਚੀਜ਼ ਦਰਅਸਲ ਦੋਨਾਂ ਮੁਲਕਾਂ ਵਿੱਚ ਬਰਾਬਰ ਦੀ ਹੋਈ। ਯਾਨੀ ਜਿੰਨਾ ਵੀ ਜ਼ੁਲਮ ਗੱਲ ਕਰੀਏ, ਉਧਰ ਅਸੀਂ, ਕਿਉਂਕਿ ਅਸੀਂ ਆਏ ਉਧਰੋਂ ਸਾਂ, ਉਧਰ ਦਾ ਸੁਣਿਆ, ਉਸੇ ਤਰ੍ਹਾਂ ਜਿਹੜੇ ਇੱਧਰਲੇ ਰਹਿੰਦੇ ਉਧਰ ਗਏ, ਉਹਨਾਂ ਨਾਲ ਵੀ ਕੁਝ ਘੱਟ ਨਹੀਂ ਵਾਪਰਿਆ। ਯਾਨੀ ਦੋਨੋਂ ਪਾਸਿਆਂ ਦੇ ਹੈਵਾਨ ਬਣ ਚੁੱਕੇ ਲੋਕਾਂ ਨੇ ਬਿਲਕੁਲ ਇੱਕੋ ਜਿਹਾ ਵਰਤਾਰਾ ਔਰਤਾਂ ਪ੍ਰਤੀ ਰੱਖਿਆ। ਅੱਜ ਗੱਲ ਕਰਦੇ ਹਾਂ ਰਿਪੋਰਟ ਇੱਕ BBC ਦੀ। ਇੱਕ ਹਰਫ ਵੀ ਅੱਜ ਮੈਂ ਆਪਣੇ ਕੋਲੋਂ ਨਹੀਂ ਬੋਲਣਾ, ਕਿਉਂਕਿ ਮੇਰੇ ਬੋਲਣ ਜੋਗਾ ਕੁਝ ਰਿਹਾ ਹੀ ਨਹੀਂ ਜਦੋਂ ਇਹ ਰਿਪੋਰਟਾਂ ਪੜ੍ਹਦੇ ਹਾਂ। ਯਾਸਮੀਨ ਖਾਨ ਜੀ ਦੀ ਰਿਪੋਰਟ, ਜੋ ਵੰਡ ਬਾਰੇ ਲਿਖੀ ਕਿਤਾਬ, ਜਿਹਦੇ ਉੱਤੇ ਤਸਵੀਰਾਂ ਦੇ ਨਾਲ ਛਾਪੀ ਗਈ। BBC ਦੇ ਵਿੱਚ ਰਿਪੋਰਟ ਜੋ ਨਸ਼ਰ ਹੋਈ ਉਹਦੀ ਗੱਲ ਕਰਾਂਗੇ, ਤੇ ਇੱਕ ਇੰਗਲੈਂਡ ਦੀ ਡੀਮੌਂਟਫੋਰਟ ਯੂਨੀਵਰਸਿਟੀ ਦੀ ਪ੍ਰੋਫੈਸਰ ਪੀਪਾ ਵੇਦੀ, ਜਿਹਨੇ ਪਰਸਨਲੀ ਇਹਨਾਂ ਨਾਲ ਇੰਟਰਵਿਊਜ਼ ਕੀਤੀਆਂ ਸੀ, ਤੇ ਸਾਰਾ ਕੁਝ ਜੋ ਸਾਹਮਣੇ ਆਇਆ, ਮੇਰਾ ਖਿਆਲ ਇਹ ਸਿਰਫ ਓਨਾ ਹੀ ਦੱਸ ਦਈਏ, ਅੰਦਾਜ਼ਾ ਹੋ ਜਾਂਦਾ ਹੈ ਕਿ ਸਾਨੂੰ ਸਭ ਨੂੰ ਪਤਾ ਹੈ ਕਿੰਨੇ ਲੱਖਾਂ ਬੇਘਰ ਹੋਏ। ਪਰ ਇੱਕ ਗੱਲ ਤਾਂ ਸਪਸ਼ਟ ਰੂਪ ਵਿੱਚ ਮੰਨੀ ਜਾ ਚੁੱਕੀ ਹੈ ਕਿ ਜਿੰਨਿਆਂ ਬੇਘਰਾਂ ਦੀ ਗਿਣਤੀ ਜੇ ਵੇਖਣੀ ਹੋਏ, ਤੇ ਖਾਸ ਤੌਰ ਤੇ ਔਰਤਾਂ ਦੀ ਬੇਪਤੀ ਜਿਸ ਵਿੱਚ ਸਭ ਤੋਂ ਵੱਧ ਹੋਈ ਹੋਵੇ, ਹੁਣ ਤੱਕ ਦੀਆਂ ਜਿੰਨੀਆਂ ਵੀ ਆਜ਼ਾਦੀ ਦੀਆਂ ਜੰਗਾਂ ਸਨ, ਉਹਨਾਂ ਵਿੱਚ ਸਭ ਤੋਂ ਵੱਧ ਇਹ 47 ਦੀ ਵੰਡ ਦੌਰਾਨ ਸੰਤਾਪ ਜੋ ਭੋਗਿਆ ਗਿਆ, ਉਸ ਨੂੰ ਗਿਣਿਆ ਗਿਆ। ਤੋ ਇੱਥੋਂ ਹੀ ਸਮਝ ਆ ਜਾਂਦੀ ਹੈ ਕਿ ਸਾਡੇ ਸ਼ਹੀਦ ਵੀਰ, ਉਹਨਾਂ ਦੇ ਅੱਗੇ ਤਾਂ ਸਿਰ ਨਿਉਂਦਾ ਹੀ ਹੈ, ਤੇ ਜਿਸ ਤਰੀਕੇ ਦੀਆਂ ਸ਼ਹਾਦਤਾਂ ਆਜ਼ਾਦੀ ਦੇ ਵਾਸਤੇ ਹੋਈਆਂ ਉਹ ਵੀ ਬੇਮਿਸਾਲ ਨੇ। ਤੇ ਜਿਨ੍ਹਾਂ ਨੇ ਆਪਣਾ ਪਿਓ ਗਵਾਇਆ, ਜਿਨ੍ਹਾਂ ਨੇ ਆਪਣਾ ਭਰਾ ਗਵਾਇਆ, ਉਹ ਪੀੜ ਉਸ ਘਰ ਦਾ ਕੋਈ ਵੀ ਬੰਦਾ ਹੀ ਸਮਝ ਸਕਦਾ।
BBC ਵਿੱਚ ਕਹਿੰਦੇ ਨੇ ਕਿ 14.5 ਮਿਲੀਅਨ ਲੋਕਾਂ ਤੋਂ ਇਹ ਗਿਣਤੀ ਜੋ ਸੀ ਵੱਧ ਸੀ, ਜਿਨ੍ਹਾਂ 'ਚ ਹਿੰਦੂ, ਸਿੱਖ, ਮੁਸਲਮਾਨ ਇਹ ਸਾਰੇ ਸ਼ਾਮਲ ਸਨ, ਜਿਹੜੇ ਘਰੋਂ ਬੇਘਰ ਹੋਏ। ਉਹਦੇ ਵਿੱਚ ਜਿਹੜੀਆਂ ਸਿਰਫ ਸ਼ਬਦ ਸੁਣਿਓ, ਗਿਣੀਆਂ ਜਾ ਚੁੱਕੀਆਂ। ਇਹਦਾ ਜੀ ਮਤਲਬ ਹੈ ਕਿ ਜਿਹੜੀਆਂ ਨਹੀਂ ਗਿਣੀਆਂ ਜਾ ਚੁੱਕੀਆਂ ਦਾ ਉਹ ਉਹਨਾਂ ਨੇ ਕਿਹਾ ਜਿਨ੍ਹਾਂ ਦੇ ਟੋਟੇ ਲੱਭੇ, ਕਿਸੇ ਦਾ ਹੱਥ ਲੱਭਿਆ, ਕਿਸੇ ਔਰਤ ਦੀ ਅੱਧੀ ਲੱਤ ਕੱਟੀ ਹੋਈ ਲੱਭੀ, ਕਿਸੇ ਔਰਤ ਦਾ ਸਿਰਫ ਬਾਂਹ ਲੱਭੀ, ਜਾਂ ਜਿਸ ਔਰਤ ਦੀ ਕਿਸੇ ਦੀ ਛਾਤੀ ਵੱਢ ਕੇ ਸੁੱਟ ਦਿੱਤੀ ਹੋਈ ਸੀ ਉਹ ਟੋਟਾ ਲੱਭਿਆ, ਉਹ ਗਿਣਤੀ 'ਚ ਸ਼ਾਮਲ ਨਹੀਂ ਕੀਤੀਆਂ ਗਈਆਂ। ਇਹੋ ਕੁਝ ਉਹਨਾਂ ਨੇ BBC ਦੀ ਰਿਪੋਰਟ 'ਚ ਕਿਹਾ ਕਿ 97,000 ਦੇ ਕਰੀਬ ਸਨ ਔਰਤਾਂ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ, ਜਿਨ੍ਹਾਂ ਦਾ ਸਰੀਰਕ ਸ਼ੋਸ਼ਣ ਹੋਇਆ, ਜਿਨ੍ਹਾਂ ਦਾ ਅਤਾ ਪਤਾ ਕੁਝ ਲੱਭਿਆ। ਇਹ ਸਿਰਫ ਉਹ ਨੇ ਜਿਹੜੀਆਂ ਲੱਭੀਆਂ। ਜਿਹੜੀਆਂ ਨਹੀਂ ਲੱਭੀਆਂ, ਜਿਹੜੀਆਂ ਮੈਂ ਦੱਸ ਚੁੱਕੀ ਹਾਂ, ਜਿਨ੍ਹਾਂ ਦੇ ਟੋਟੇ ਲੱਭੇ ਨੇ, ਉਹ ਇਸ ਗਿਣਤੀ 'ਚ ਸ਼ਾਮਲ ਨਹੀਂ ਹਨ। ਹੁਣ ਇਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਇੰਟਰਵਿਊਜ਼ ਹੋਈਆਂ, ਇਹਨਾਂ ਦੀਆਂ ਸਟੋਰੀਜ਼ ਪਬਲਿਸ਼ ਹੋਈਆਂ, ਇਹਨਾਂ ਦਾ ਸਾਰਾ ਕੁਝ ਜਦੋਂ ਪਤਾ ਕੀਤਾ ਗਿਆ, ਸਮੇਤ ਕੁਝ ਫੌਜੀਆਂ ਵੱਲੋਂ ਜੋ ਸਟੇਟਮੈਂਟਸ ਉਸ ਸਮੇਂ ਮਿਲੀਆਂ, ਸਾਰਾ ਕੁਝ ਦੱਸਦਾ ਜੇ ਇਹਨਾਂ ਔਰਤਾਂ ਦਾ ਜ਼ਬਰ ਜਨਾਹ ਹੀ ਨਹੀਂ ਹੋਇਆ, ਕਤਲ ਵੀ ਹੋਇਆ, ਬਲਕਿ ਇਹਨਾਂ ਵਿੱਚੋਂ 15,000 ਔਰਤਾਂ ਨੌਕਰਾਣੀ ਬਣਾਈਆਂ ਗਈਆਂ, ਬੰਧੂਆ ਮਜ਼ਦੂਰ ਬਣਾਈਆਂ ਗਈਆਂ ਜਾਂ ਰਖੈਲਾਂ ਬਣਾ ਦਿੱਤੀਆਂ ਗਈਆਂ। ਜਿਨ੍ਹਾਂ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ, ਇਹਨਾਂ ਨੇ 4 ਅਜਿਹੇ ਉਸ ਸਮੇਂ ਦੇ ਜੋ ਜਾਗੀਰਦਾਰ ਸੀ ਮੁਸਲਮਾਨ ਉਹਨਾਂ ਥਾਵਾਂ ਤੇ, ਜਿਨ੍ਹਾਂ ਨੇ ਆਪਣੇ ਘਰਾਂ ਦੀ ਬੇਸਮੈਂਟ ਵਿੱਚ 800 ਔਰਤਾਂ ਤੱਕ ਰੱਖੀਆਂ। ਮੈਂ ਇੱਕ ਹਰਫ ਵੀ ਨਹੀਂ ਕਹਿਣਾ ਚਾਹ ਰਹੀ, ਸਿਰਫ ਇਸ ਕਾਰਨ ਕਿ ਉਹ ਲਹਿੰਦਾ ਪੰਜਾਬ ਹੈ, ਕਿਉਂਕਿ ਮੈਨੂੰ ਪਤਾ ਹੈ ਵੀ ਇਨ ਬਿਨ ਇਹੋ ਕੁਛ ਚੜ੍ਹਦੇ ਪੰਜਾਬ ਅੰਦਰ ਵੀ ਵਾਪਰਿਆ। ਉਹਦੀ ਵੀ ਜ਼ਿਕਰ ਕਰਾਂਗੀ, ਕਿਉਂਕਿ ਜਿਸ ਤਰੀਕੇ ਨਾਲ ਮੈਂ ਹੁਣ ਇਹ ਅਜੇ ਤਾਂ ਮੇਰਾ ਨਹੀਂ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ BBC ਦੀ ਰਿਪੋਰਟ ਹੀ ਦੱਸ ਰਹੀ ਹਾਂ ਕਿ ਜਿਨ੍ਹਾਂ ਔਰਤਾਂ ਨੂੰ ਜ਼ਬਰ ਜਨਾਹ, ਸਮੂਹਕ ਜ਼ਬਰ ਜਨਾਹ ਵੱਲ ਜ਼ਿੰਦਾ ਰੱਖਿਆ ਗਿਆ ਸੀ, ਉਹਦਾ ਕਾਰਨ ਸੀ। ਕਾਰਨ ਇਹ ਸੀ ਕਿ ਉਹਨਾਂ ਦੇ ਸਰੀਰਾਂ ਉੱਤੇ ਗਰਮ ਲੋਹੇ ਨਾਲ ਪਾਕਿਸਤਾਨ ਜ਼ਿੰਦਾਬਾਦ ਜਾਂ ਹਿੰਦੁਸਤਾਨ ਜ਼ਿੰਦਾਬਾਦ ਇਹ ਸਾਰਾ ਕੁਝ ਗਰਮ ਲੋਹੇ ਨਾਲ ਲਿਖਿਆ ਗਿਆ। ਜੈ ਹਿੰਦ ਵੀ ਕਈ ਥਾਂ ਤੇ ਪੱਕੇ ਠੱਪੇ ਲੋਹੇ ਨਾਲ ਲਾਏ ਗਏ ਸਨ। ਇਸੇ ਤਰ੍ਹਾਂ ਹੀ ਦੋਨੋਂ ਪਾਸੇ ਯਾਨੀ ਅੱਲਾਹੂ ਅਕਬਰ ਵੀ ਲਿਖਿਆ ਗਿਆ ਸੀ। ਤੇ ਇਹਨਾਂ ਨੂੰ ਵਾਪਸ ਪਤਾ ਜੇ ਕੀ ਲਿਖ ਕੇ ਭੇਜਿਆ ਗਿਆ ਸੀ? ਉਹਨਾਂ ਦੇ ਮੱਥੇ ਤੇ ਸ਼ਬਦ ਉਕਰਿਆ ਸੀ, ਇਹ ਟਰਾਫੀਆਂ ਨੇ ਤੁਹਾਨੂੰ ਸ਼ਰਮਸਾਰ ਕਰਨ ਲਈ। ਯਾਨੀ ਇਸ ਹਾਲਤ ਵਿੱਚ ਉਹ ਔਰਤਾਂ ਵਾਪਸ ਭੇਜੀਆਂ ਗਈਆਂ ਸੀ ਕਿ ਆਪੋ ਆਪਣੇ ਮੁਲਕਾਂ ਵਿੱਚ ਜਦੋਂ ਪਹੁੰਚਣ, ਉੱਥੋਂ ਦੇ ਲੋਕ ਸ਼ਰਮ ਮਹਿਸੂਸ ਕਰਨ। ਕਿਹਨਾਂ ਨੂੰ ਸ਼ਰਮ ਮਹਿਸੂਸ ਕਰਨ ਲਈ ਗੱਲ ਕਰ ਰਹੇ ਸਨ? ਹੈਵਾਨਾਂ ਨੂੰ। ਦੋਨੋਂ ਪਾਸੇ ਹੈਵਾਨ ਹੀ ਤਾਂ ਸਨ, ਜਿਨ੍ਹਾਂ ਦੀ ਭੈਣ ਨਾ ਵੀ ਹੋਏ, ਧੀ ਨਾ ਵੀ ਹੋਏ, ਜੰਮੇ ਤਾਂ ਕਿਸੇ ਮਾਂ ਦੇ ਕੁੱਖੋਂ ਹੀ ਸਨ। ਤੇ ਆਪਣੀ ਮਾਂ ਦੀ ਜ਼ਾਤ ਨਾਲ ਜਿਸ ਤਰੀਕੇ ਦੀ ਬੇਰਹਿਮੀ ਉਸ ਸਮੇਂ ਉਹਨਾਂ ਨੇ ਕੀਤੀ, ਜ਼ਰਾ ਉਹਦਾ ਅੰਦਾਜ਼ਾ ਦੇਖੋ ਕਿ ਮੁਰਦਾ ਸਰੀਰ ਵਾਸਤੇ ਜਿਸ ਤਰੀਕੇ ਔਰਤਾਂ ਭੇਜੀਆਂ ਜਾਂਦੀਆਂ ਸੀ, ਉਹ ਮੈਂ ਵੀ ਆਪਣੇ ਹਰਫ ਨਹੀਂ ਵਰਤਾਂਗੀ, ਜੋ ਕਿ ਪੋਸਟਮਾਰਟਮ ਰਿਪੋਰਟ ਸਨ, ਮੈਂ ਉਹੀ ਦੱਸਾਂਗੀ। ਜਿਨ੍ਹਾਂ 'ਚ ਇੱਕ ਤਾਂ ਯਾਸਮੀਨ ਖਾਨ ਦੀ ਕਿਤਾਬ ਜਿਸ ਵਿੱਚ ਉਹਨੇ ਸਪਸ਼ਟ ਕੀਤਾ ਸੀ ਕਿ ਇਹਨਾਂ ਵਿੱਚ ਬਥੇਰੀਆਂ ਅਜਿਹੀਆਂ ਸੀ ਜਿਨ੍ਹਾਂ ਨੇ ਇਹਨਾਂ ਯਾਨੀ ਜ਼ੁਲਮ ਸਹਿਣ ਤੋਂ ਬਾਅਦ ਜਦੋਂ ਉਹ ਪਹੁੰਚੀਆਂ ਦੂਜੇ ਮੁਲਕਾਂ ਵਿੱਚ, ਤਾਂ ਉਹਨਾਂ ਥਾਵਾਂ ਤੇ ਬਹੁਤੀਆਂ ਮੂੰਹ ਖੋਲਣ ਯੋਗ ਵੀ ਨਹੀਂ ਸਨ। ਯਾਨੀ ਮੈਂ ਦੋਨੋਂ ਮੁਲਕਾਂ ਦੀ ਗੱਲ ਕਰ ਰਹੀ ਹਾਂ। ਮੂੰਹ ਖੋਲਣ ਯੋਗ ਦੀ ਹਾਲਤ ਵਿੱਚ ਨਹੀਂ ਸਨ, ਕਿਉਂਕਿ ਜਬਾੜੇ ਡਿਸਲੋਕੇਟ ਕਰ ਦਿੱਤੇ ਗਏ ਸਨ। ਕਈਆਂ ਦੇ ਮੋਢੇ ਇੰਜੀ ਲਟਕਦੇ, ਯਾਨੀ ਖਿੱਚ ਕੇ ਹੱਡੀਆਂ ਉਹਦੇ ਵਿੱਚੋਂ ਬਾਹਰ ਜੋੜਾਂ ਵਿੱਚੋਂ ਕਰ ਦਿੱਤੀਆਂ ਗਈਆਂ ਸਨ। ਤੇ ਇਹਨਾਂ ਵਿੱਚ ਬਹੁਤ ਸਾਰੀਆਂ ਵੱਡੀ ਗਿਣਤੀ ਵਿੱਚ ਮਾਨਸਿਕ ਰੋਗੀ ਬਣ ਚੁੱਕੀਆਂ। ਹੁਣ ਇੰਗਲੈਂਡ ਵਿੱਚ ਇੱਕ ਡੀਮੋਂਟਫੋਰਟ ਯੂਨੀਵਰਸਿਟੀ ਦੀ ਪ੍ਰੋਫੈਸਰ ਪੀਪਾ ਵਿਰਦੀ ਨੇ ਇਹ ਇੰਟਰਵਿਊਜ਼ ਹੀ ਛਾਪੀਆਂ ਨੇ, ਜਿਨ੍ਹਾਂ ਵਿੱਚ ਪੁਰਾਣੇ ਰਿਕਾਰਡ ਵੀ ਇਕੱਠੇ ਕੀਤੇ ਗਏ, ਤਸਵੀਰਾਂ ਸਾਰੀਆਂ ਜਿਹੜੀਆਂ ਉਹਨਾਂ ਦੇ ਘਰ ਘਰ ਘੁੰਮ ਕੇ ਉਹਨਾਂ ਨੇ ਇਕੱਠੀਆਂ ਕੀਤੀਆਂ ਨੇ। ਉਹ ਪਤਾ ਜੇ ਕੀ ਲਿਖਦੀ ਕਿ ਦੋਨਾਂ ਮੁਲਕਾਂ ਦੇ ਵਿੱਚ ਜੋ ਟਰਾਫੀਆਂ ਔਰਤਾਂ ਦੇ ਧੜਾਂ ਦੀਆਂ ਬਣਾਈਆਂ ਗਈਆਂ ਸਨ, ਪਤਾ ਜੇ ਉਹ ਟਰਾਫੀਆਂ ਬਣਦੀਆਂ ਕਿਵੇਂ ਸਨ? ਜ਼ਰਾ ਇਹ ਇੰਟਰਵਿਊਜ਼ ਨੇ ਜੋ ਕਿ ਬੰਦਿਆਂ ਤੋਂ ਲਈਆਂ ਗਈਆਂ, ਜਿਨ੍ਹਾਂ ਨੇ ਬੜੇ ਫਖਰ ਨਾਲ ਇੰਟਰਵਿਊ ਦਿੱਤੀ, ਦੱਸਿਆ ਉਹਨਾਂ ਨੂੰ ਕਿ ਅਸੀਂ ਟਰਾਫੀਆਂ ਬਣਾਉਂਦੇ ਕਿਵੇਂ ਸਾਂ।
ਪਹਿਲਾਂ ਔਰਤਾਂ ਨੂੰ ਅਸੀਂ ਜ਼ਲੀਲ ਕਰਦੇ ਸਾਂ, ਜਿੰਨਿਆਂ ਵੱਲੋਂ ਹੋ ਸਕਦਾ ਸੀ ਜ਼ਬਰ ਜਨਾਹ ਕਰਦੇ ਸਾਂ, ਫਿਰ ਉਹਨਾਂ ਦੀਆਂ ਛਾਤੀਆਂ ਕੱਟ ਦਿੰਦੇ ਸਾਂ। ਫਿਰ ਉਹਨਾਂ ਦੇ ਸਰੀਰਾਂ ਦੇ ਮਾਸ ਨੂੰ ਦੰਦਾਂ ਨਾਲ ਟੁਕਿਆ ਵੱਢਿਆ ਜਾਂਦਾ ਸੀ ਤੇ ਮੁਰਦੇ ਸਰੀਰਾਂ ਉੱਤੇ ਜੋ ਪਹੁੰਚਦੇ ਸਨ, ਜੋ ਕਿ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਿਆ ਕਿ 20-20 ਤਰ੍ਹਾਂ ਦੇ ਵੱਖੋ-ਵੱਖਰੇ ਸਲਾਈਵਾ ਟੱਚ ਕੀਤੇ ਲੱਭੇ, ਯਾਨੀ 20-20 ਬੰਦਿਆਂ ਨੇ ਔਰਤਾਂ ਦੇ ਜਿਸਮ ਨੂੰ ਚੱਕਾਂ ਨਾਲ ਵੱਢ ਸੁੱਟਿਆ ਸੀ। ਉਸ ਤੋਂ ਬਾਅਦ ਜਦੋਂ ਮਰਨ ਵਾਲੀ ਹਾਲਤ ਵਿੱਚ ਹੁੰਦੀਆਂ ਸੀ ਤਾਂ ਉਹਨਾਂ ਦੇ ਇੱਕ ਦੂਜੇ ਨੂੰ ਜੋ ਗਾਲਾਂ ਕੱਢਣੀਆਂ ਹੁੰਦੀਆਂ ਸੀ ਮੁਲਕਾਂ ਨੂੰ, ਉਹ ਛਾਪੀਆਂ ਜਾਂਦੀਆਂ ਸੀ ਗਰਮ ਲੋਹੇ ਨਾਲ, ਯਾਨੀ ਅੱਧ-ਮੋਈਆਂ ਔਰਤਾਂ ਵਿੱਚ ਵੀ। ਫਿਰ ਪਾਕਿਸਤਾਨ ਜ਼ਿੰਦਾਬਾਦ ਜਾਂ ਹਿੰਦੁਸਤਾਨ ਜ਼ਿੰਦਾਬਾਦ ਛਾਪਿਆ ਜਾਂਦਾ ਸੀ। ਉਸ ਤੋਂ ਬਾਅਦ ਲੱਤਾਂ ਨੂੰ ਜੋੜ 'ਚੋਂ ਖਿੱਚ ਕੇ ਕੱਢਿਆ ਜਾਂਦਾ ਸੀ, ਫਿਰ ਬਾਹਾਂ ਵੱਢ ਦਿੱਤੀਆਂ ਜਾਂਦੀਆਂ ਸਨ। ਆਖਿਰ ਵਿੱਚ ਜਦੋਂ ਦੰਦ ਪੁੱਟੇ ਜਾਂਦੇ ਸਨ, ਫਿਰ ਧੌਣ ਨੂੰ ਅਲੱਗ ਕੀਤਾ ਜਾਂਦਾ ਸੀ ਉਸ ਮੁਰਦਾ ਜਿਸਮ ਤੋਂ, ਜਿਸ ਦੀ ਫਿਰ ਟਰੋਫੀ ਬਣਾ ਕੇ ਇਹ ਦੂਜੇ ਮੁਲਕ ਨੂੰ ਭੇਜੀ ਜਾਂਦੀ ਸੀ। ਇਹ ਸਟੇਟਮੈਂਟਸ ਰਿਕਾਰਡ ਨੇ, ਪਬਲਿਸ਼ ਹੋਈ ਕਿਤਾਬ ਜੇ ਤੁਸੀਂ ਪੜ੍ਹ ਵੀ ਸਕਦੇ ਹੋ। ਇਸ ਤੋਂ ਵੱਧ ਅੱਗੇ ਸੱਚ ਦੱਸਾਂ ਮੈਂ ਬੋਲ ਵੀ ਨਹੀਂ ਸਕਣਾ, ਮੇਰੀ ਹਿੰਮਤ ਨਹੀਂ, ਕਿਉਂਕਿ ਕਿਤਾਬ 400 ਪੇਜਾਂ ਦੇ ਕਰੀਬ ਹੈ। ਮੈਂ ਤਾਂ ਸਿਰਫ ਇਸ ਪਹਿਲੇ ਪੰਨੇ ਤੋਂ ਹੀ ਪੜ੍ਹ ਕੇ ਮੇਰਾ ਦਿਲ ਕੰਬ ਗਿਆ ਸੀ, ਇਸ ਤੋਂ ਵੱਧ ਪੜ੍ਹਨ ਦੀ ਹਿੰਮਤ ਨਹੀਂ। ਰਿਤੂ ਮੈਨਨ ਤੇ ਕਮਲਾ ਭਸੀਨ ਨੇ ਜੋ ਉਹਨਾਂ ਸਮਿਆਂ ਵਿੱਚ ਇਹ ਦੇਖਿਆ, ਉਹਦੀ ਵੀ ਇੰਟਰਵਿਊ ਜਦੋਂ ਉਹਨਾਂ ਨੇ ਛਾਪੀਆਂ ਜਾਂ ਉਹਨਾਂ ਨੇ ਇਨ ਬਿਨ ਇਹੋ ਕੁਝ ਬਿਆਨ ਕੀਤਾ ਕਿ ਯਕੀਨਨ ਬੜੇ ਹੱਸ-ਹੱਸ ਕੇ, ਮੁਸਕਰਾ ਕੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਹਾਂਜੀ ਅਸੀਂ ਦੂਸਰੇ ਮੁਲਕ ਨਾਲੋਂ ਵੱਧ ਔਰਤਾਂ ਤੇ ਜ਼ੁਲਮ ਢਾਏ। ਯਾਨੀ ਇਹ ਬੜੀ ਖੁਸ਼ੀ ਨਾਲ ਦੱਸਿਆ ਜਾ ਰਿਹਾ ਸੀ ਕਿ ਅਸੀਂ ਇੰਨਾ ਜ਼ੁਲਮ ਢਾਇਆ। ਹੁਣ ਇੱਕ ਸ਼ੇਖੂਪੁਰਾ ਦਾ ਡਾਕਟਰ ਸੀ ਜਿਸਨੇ ਰਿਫਿਊਜੀ ਕੈਂਪਾਂ ਦੇ ਵਿੱਚੋਂ ਜਿਨ੍ਹਾਂ ਕੋਲ ਔਰਤਾਂ ਲਿਆਈਆਂ ਜਾਂਦੀਆਂ ਸੀ ਇਸ ਮਾੜੇ ਹਾਲਤ ਵਿੱਚ, ਉਹ ਆਪ ਵੀ ਇੰਨਾ ਕੁ ਯਾਨੀ ਮਾਨਸਿਕ ਪੱਖੋਂ ਸੰਤੁਲਨ ਗਵਾਉਣ ਵਾਲੀ ਹਾਲਤ 'ਚ ਪਹੁੰਚ ਗਿਆ ਸੀ ਕਿਉਂਕਿ ਉਸ ਤੋਂ ਦੇਖਿਆ ਨਹੀਂ ਸੀ ਜਾਂਦਾ ਇੰਨਾ ਜ਼ੁਲਮ ਇਹਨਾਂ ਔਰਤਾਂ ਨੇ ਸਹਿਆ ਕਿਵੇਂ। ਜਿਸ ਤਰੀਕੇ ਦਾ ਉਹਨੇ ਜ਼ੁਲਮ ਦੱਸਿਆ ਕਿ ਬਹੁਤੀਆਂ ਉਹ ਪਹੁੰਚਦੀਆਂ ਸਨ ਜਿਨ੍ਹਾਂ ਦੀਆਂ ਬੱਚੇਦਾਨੀਆਂ ਫਟ ਚੁੱਕੀਆਂ ਹੋਈਆਂ ਸਨ। ਜਿਵੇਂ ਦੱਸਿਆ ਹੀ ਹੈ ਕਿ ਜੁਆਇੰਟਸ ਡਿਸਲੋਕੇਟਡ ਸਨ ਉਹਨਾਂ ਵਿੱਚ। ਉਹਨੇ ਕਿਹਾ ਵੀ ਜਿੰਨੀਆਂ ਵੀ ਰਿਫਿਊਜੀ ਕੈਂਪਾਂ 'ਚੋਂ ਮੇਰੇ ਕੋਲ ਔਰਤਾਂ ਲਿਆਈਆਂ ਗਈਆਂ, ਜਿਨ੍ਹਾਂ ਦੀਆਂ ਛਾਤੀਆਂ ਵੀ ਵੱਢੀਆਂ ਪਈਆਂ ਸਨ, ਉਸਨੇ ਇਹ ਲਿਖਿਆ, ਹੁਣ ਉਹਨੇ ਲਫ਼ਜ਼ ਇਹ ਲਿਖੇ ਨੇ, ਮੈਂ ਉਹਨਾਂ ਵਿੱਚੋਂ ਇੱਕ ਵੀ ਔਰਤ ਬਚਾ ਨਹੀਂ ਸਕਿਆ ਕਿਉਂਕਿ ਉਹਨਾਂ ਦੇ ਸਰੀਰਾਂ ਵਿੱਚ ਬਚਾਉਣ ਜੋਗਾ ਕੁਝ ਛੱਡਿਆ ਨਹੀਂ ਸੀ। ਇਹ ਚੀਜ਼ ਉਹਦੀ ਜੇ ਜਿਸ ਵਿੱਚ ਅੱਗੋਂ 1950 ਵਿੱਚ ਸਰਕਾਰੀ ਅੰਕੜੇ ਜੋ ਦੱਸਦੇ ਨੇ, ਜ਼ਰਾ ਉਹਨਾਂ ਵੱਲ ਝਾਤ ਮਾਰਿਓ। ਉਹਨਾਂ ਨੇ ਕਿਹਾ 50,000 ਔਰਤਾਂ ਦਾ ਭਾਰਤ ਵਿੱਚ ਤੇ 33,000 ਔਰਤਾਂ ਨੂੰ ਪਾਕਿਸਤਾਨ ਵਿੱਚ ਜ਼ਬਰ ਜਨਾਹ ਕਰਕੇ ਤਸੀਹੇ ਦੇ ਕੇ ਮਾਰਿਆ ਗਿਆ। ਤੇ ਉਹ ਔਰਤਾਂ ਵਿੱਚ ਜੋ ਉਸ ਸਮੇਂ ਰੀਹੈਬਿਲਿਟੇਸ਼ਨ ਕੈਂਪ ਲੱਗੇ ਸਨ, ਉਹਨਾਂ ਵਿੱਚ ਜੋ ਲੋਕਾਂ ਨੇ ਕੰਮ ਕੀਤਾ, ਉਹ ਇੰਨਾ ਕੁ ਦਰਦ ਬਿਆਨ ਕਰਦੇ ਨੇ। ਉਹਨਾਂ ਵਿੱਚੋਂ ਕੁਝ ਜੋ ਹੁਣ ਰਹੇ ਨਹੀਂ, ਕਾਫੀ ਜਣੇ ਤਾਂ, ਪਰ ਜਿਹੜੇ ਵੀ ਕੋਈ ਉਸ ਸਮੇਂ ਦੇ ਕੋਈ 18 ਕੋਈ 17 ਵਰ੍ਹਿਆਂ ਦਾ ਕੰਮ ਲੱਗਿਆ ਸੀ, ਜਿਸ ਨੇ ਮੌਤ ਤੋਂ ਪਹਿਲਾਂ ਸਟੇਟਮੈਂਟ ਦੇ ਦਿੱਤੀ, ਉਹਨੇ ਇਹੋ ਲਿਖਿਆ ਕਿ ਇਹ ਗਿਣਤੀ ਸਿਰਫ ਅੱਖਾਂ ਵਿੱਚ ਘੱਟਾ ਪਾਉਣ ਲਈ। ਇਹ ਉਹਨਾਂ ਦੀਆਂ ਸਟੇਟਮੈਂਟਸ ਕਿ ਇੱਥੇ ਤਾਂ ਗਿਣਤੀ ਕਿਤੇ ਵੱਧੇ ਕਿਉਂਕਿ ਸਾਨੂੰ ਅਜਿਹੀਆਂ 25,000 ਔਰਤਾਂ ਦਾ ਤਾਂ ਲਗਭਗ ਪਤਾ ਜੇ, ਜਿਹੜੀਆਂ ਕਾਫਲਿਆਂ ਉੱਤੇ ਹਮਲੇ ਕਰਕੇ ਚੁੱਕੀਆਂ ਗਈਆਂ, ਨਿਰਵਸਤਰ ਕਰਕੇ ਪੁੱਠੀਆਂ ਵੀ ਟੰਗੀਆਂ ਗਈਆਂ, ਤਸੀਹੇ ਦਿੱਤੇ ਗਏ, ਜਿਸ ਤਰੀਕੇ ਬੇਦਰਦੀ ਨਾਲ ਮਾਰਿਆ ਗਿਆ, ਉਹਨਾਂ ਦੇ ਟੋਟੇ ਜੋ ਸਾਨੂੰ ਲੱਭੇ, ਉਹ ਇੰਨੀ ਕੁ ਗਿਣਤੀ ਤਾਂ ਸਾਨੂੰ ਵੀ ਅੰਦਾਜ਼ਾ ਹੈ, ਯਾਨੀ ਜੋ ਵੀ ਸਰਕਾਰੀ ਅੰਕੜਿਆਂ ਤੋਂ ਇੰਨੀ ਤਾਂ ਵੱਧ ਉਹ ਆਪ ਹੀ ਦੱਸਦੇ ਨੇ ਜਿੰਨੇ ਉੱਥੇ ਰੀਹੈਬਿਲਿਟੇਸ਼ਨ 'ਚ ਕੰਮ 'ਚ ਜੁਟੇ ਸਨ। ਹੁਣ ਉਹਦੇ ਵਿੱਚ ਇੱਕ ਕਮਲਾਬੇਨ ਪਟੇਲ ਦੀ ਵੀ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ, ਜਿਹਨੇ ਵਰਲਡ ਤੋਂ 8 ਸਾਲ ਬਾਅਦ ਉਹਨੇ ਜਿਹੜੀਆਂ 20,728 ਸਨ ਔਰਤਾਂ, ਜਿਹੜੀਆਂ ਬੇਟੀਆਂ ਛੋਟੀਆਂ ਵੀ, ਨਾਬਾਲਗ ਵੀ ਸਨ, ਜਿਹੜੀਆਂ ਚੁੱਕੀਆਂ ਗਈਆਂ ਸਨ, ਜਿਨ੍ਹਾਂ ਚੋਂ 600 ਵਾਪਸ ਵੀ ਭੇਜੀਆਂ ਗਈਆਂ, ਯਾਨੀ ਪਾਕਿਸਤਾਨ ਕੁਛ ਭੇਜੀਆਂ ਗਈਆਂ, ਉੱਥੋਂ ਦੀਆਂ ਜਿਹੜੀਆਂ ਆਈਆਂ ਸੀ, ਉਹਨਾਂ ਨੇ ਦੱਸਿਆ ਕਿ ਜਿਹੜੀਆਂ ਹੁਣ ਵਾਪਸ ਸਾਡੇ ਕੋਲ ਆਈਆਂ ਸੀ, 8 ਸਾਲ ਬਾਅਦ ਦੀ ਗੱਲ ਦੱਸਦੀ ਹਾਂ, ਇਸ ਵੰਡ ਤੋਂ ਬਾਅਦ ਦੀਆਂ, ਜਿਨ੍ਹਾਂ ਚੋਂ ਇੱਕ ਨੂੰ ਵੀ
ਇੱਕ ਨੂੰ ਵੀ ਅਪਣਾਇਆ ਨਹੀਂ ਗਿਆ ਉਹਨਾਂ ਦੇ ਆਪਣਿਆਂ ਵੱਲੋਂ, ਕਿਉਂਕਿ ਉਹਨਾਂ ਨੇ ਕਿਹਾ ਇਹ ਪਿੱਟ ਗਈਆਂ ਨੇ, ਇਹ ਦੁਸ਼ਮਣ ਮੁਲਕ ਵਾਲਿਆਂ ਦੇ ਹੱਥ ਲੱਗ ਗਏ ਸਨ। ਉਹਨਾਂ ਨੂੰ ਸਿਰਫ ਸੁੱਟ ਜਾਣ ਤੇ, ਮਰ ਜਾਣ ਉੱਤੇ, ਮਾਨਸਿਕ ਰੋਗੀ ਬਣ ਜਾਣ ਉੱਤੇ, ਖੁਦਕੁਸ਼ੀ ਕਰਨ ਉੱਤੇ ਜਾਂ ਸਰੀਰਕ ਸ਼ੋਸ਼ਣ ਕਰਵਾਈ ਜਾਣ ਉੱਤੇ ਹੀ ਮਜਬੂਰ ਕੀਤਾ ਗਿਆ। ਯਾਨੀ ਉਹਨਾਂ ਦੇ ਸਕੇ ਜਿਨ੍ਹਾਂ ਦੇ ਢਿੱਡੋਂ ਜੰਮੀਆਂ ਸਨ, ਉਹ ਵੀ ਉਹਨਾਂ ਨੂੰ ਲੈਣ ਨੂੰ ਤਿਆਰ ਨਹੀਂ ਸਨ। ਇਸੇ ਲਈ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਇਹੀ ਮੰਨਦੇ ਹਾਂ ਕਿ ਜਿਹੜੇ ਪਿਓਆਂ ਨੇ ਆਪਣੀਆਂ ਹੀ ਧੀਆਂ ਨੂੰ ਗਲੇ ਵੱਢ ਦਿੱਤੇ, ਖੂਹਾਂ ਵਿੱਚ ਛਾਲ ਮਾਰ ਦਿੱਤੀ, ਜ਼ਹਿਰ ਪੀਣ ਤੇ ਮਜਬੂਰ ਕੀਤਾ, ਉਹੀ ਸ਼ਾਇਦ ਬਿਹਤਰ ਸਨ। ਕਿਉਂਕਿ ਜੋ ਹਾਲ ਅਸੀਂ ਕਰਦੇ ਹਾਂ, ਤਾਂ ਉਹਨਾਂ ਨੇ ਸ਼ਬਦ ਇਹ ਵਰਤਿਆ ਹੈ ਕਿ ਜਿਸ ਤਰੀਕੇ ਦੀ ਇਹ ਜ਼ੁਲਮ ਹੁੰਦੇ ਦੇਖੇ ਗਏ ਨੇ, ਇੰਨੀ ਸ਼ਾਇਦ ਕੋਈ ਜਾਨਵਰ ਨਹੀਂ ਸੀ ਕਰ ਸਕਦਾ। ਤੇ ਸਾਨੂੰ ਤੇ ਇਹੀ ਹੈਰਾਨੀ ਹੁੰਦੀ ਸੀ ਕਿ ਉਹੀ ਬੰਦੇ ਆਸ-ਪਾਸ ਇੱਥੇ ਘੁੰਮਦੇ ਸਨ ਸਾਡੇ, ਜਿਹੜੇ ਫ਼ਖਰ ਨਾਲ ਕਹਿੰਦੇ ਫਿਰਦੇ ਸਨ, ਅਸੀਂ ਦੂਜੇ ਪਾਸੇ ਦੀਆਂ ਔਰਤਾਂ ਨਾਲ ਇਹ ਕੀਤਾ। ਤਾਂ ਇਹ ਮੂੰਹ ਦੇ ਉੱਤੇ ਕੀ ਇਨਸਾਨੀ ਮੁਖੌਟਾ ਹੀ ਸਿਰਫ ਚਾੜਿਆ ਗਿਆ। ਇਹ ਸ਼ਾਇਦ ਕਿਸੇ ਨੂੰ ਲੱਗੇ ਕੁਝ ਹਰਫ਼ ਵੱਧ ਘੱਟ ਹੋਣ, ਇਸੇ ਲਈ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਇਹ ਰਿਪੋਰਟਾਂ ਨੇ, ਆਪ ਪੜ੍ਹੋ ਤੇ ਯਕੀਨ ਕਰਿਓ ਕਿ ਇਹ ਕੁਛ ਨੇ। ਤੇ ਜੋ ਕੁਛ ਮੈਂ ਵੀ ਆਪਣੇ ਮਾਪਿਆਂ ਤੋਂ ਸੁਣਿਆ ਜਾਂ ਮੇਰੀ ਉਮਰ ਦਿਆਂ ਨੇ ਜਿਸ ਤਰੀਕੇ ਦਾ ਸੁਣਿਆ ਹੋਏਗਾ ਉੱਧਰੋਂ ਆਏ ਜਿਨ੍ਹਾਂ ਦੇ ਮਾਪੇ, ਇਨ ਬਿਨ ਇਹੋ ਜਿਹੀਆਂ ਚੀਜ਼ਾਂ ਹੀ ਬਿਆਨ ਕਰਦੇ ਨੇ ਕਿ ਇੱਧਰ ਵਾਲਿਆਂ ਨੇ ਨਾ ਉੱਧਰ ਵਾਲਿਆਂ ਨੇ ਕਸਰ ਕੋਈ ਨਹੀਂ ਛੱਡੀ। ਵੀਰਾ ਮੈਂ ਇੱਕ ਹਰਫ਼ ਮੇਰੇ ਸੁਣਨ ਵਾਲੇ ਵੀਰ ਭੈਣ ਵੀ ਜੋ ਨੇ, ਜੋ ਮੇਰੇ ਬਜ਼ੁਰਗ ਨੇ ਜਾਂ ਬੱਚੇ ਨੇ, ਸਭਨਾਂ ਅੱਗੇ ਬੇਨਤੀ ਹੈ ਕਿ ਅਸੀਂ ਹਰ ਆਜ਼ਾਦੀ ਦੇ ਦਿਨ ਉੱਤੇ ਦੀਵਾ ਬਾਲਦੇ ਹਾਂ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਸਾਰੇ ਸ਼ਹੀਦਾਂ ਦੇ ਨਾਮ ਨੂੰ ਲੈ ਕੇ ਸਲਾਮ ਵੀ ਮਾਰਦੇ ਹਾਂ। ਮਾਰਨਾ ਵੀ ਚਾਹੀਦਾ, ਕਿਉਂ ਨਾ ਕਰੀਏ, ਆਜ਼ਾਦੀ ਸੀ। ਪਰ ਉਹਦੇ ਵਿੱਚ ਇੱਕ ਵੀ ਦੀਵਾ ਕੋਈ ਆਪਣੀ ਹਿੱਕ ਤੇ ਹੱਥ ਰੱਖ ਕੇ ਕਹਿ ਸਕਦਾ ਉਹਨੇ ਕਿਸੇ ਮਾਂ ਦੇ ਨਾਂ ਦਾ, ਕਿਸੇ ਧੀ ਦੇ ਨਾਂ ਦਾ, ਕਿਸੇ ਭੈਣ ਦੇ ਨਾਂ ਦਾ ਪਾਲਿਆ। ਕਿਸੇ ਹੀ ਅਸੀਂ ਦੇਖੋ 75ਵੇਂ ਵਰ੍ਹੇ 'ਚ ਆ ਚੁੱਕੇ ਹਾਂ। ਹੈ ਕੋਈ ਇਹ ਦਮ ਵਾਲਾ ਕਹਿਣ ਵਾਲਾ ਕਿ ਹਾਂ ਮੇਰੀ ਵਿਛੜੀ ਜੋ ਭੂਆ ਸੀ ਜਾਂ ਮੇਰੀ ਵਿਛੜੀ ਜੋ ਭੈਣ ਸੀ ਉਹਨਾਂ ਸਮਿਆਂ ਵਿੱਚ, ਮੈਂ ਉਹਨੂੰ ਵੀ ਯਾਦ ਕੀਤਾ, ਜਾਂ ਮੇਰੀ ਭੈਣ ਦੀ ਸਹੇਲੀ ਸੀ, ਉਹ ਵੀ ਇਸ ਤਰੀਕੇ ਵੱਢੀ ਟੁੱਕੀ ਗਈ ਸੀ। ਉਹ ਕਿਸ ਤਰੀਕੇ ਦੇ ਨਾਵਾਂ ਵਿੱਚ ਗਿਣਿਆ ਜਾਏਗਾ? ਕੀ ਇਹ ਔਰਤਾਂ ਸ਼ਹੀਦ ਨਹੀਂ ਸਨ? ਜੇ ਨਹੀਂ ਸਨ, ਤਾਂ ਫਿਰ ਹਮੇਸ਼ਾ ਹਰ ਜੰਗ ਦੇ ਵਿੱਚ ਔਰਤ ਉੱਤੇ ਹੀ ਕਿਉਂ ਇੰਨਾ ਜ਼ੁਲਮ ਢਾਇਆ ਜਾਂਦਾ? ਯਾਨੀ ਮੇਰਾ ਸਵਾਲ ਸਿਰਫ ਇੰਨਾ ਹੀ ਹੈ ਕਿ ਅਸੀਂ ਕਦੇ ਕਿਸੇ ਆਜ਼ਾਦੀ ਦੇ ਦਿਨ ਤਾਂ ਜਦੋਂ ਮਨਾਉਂਦੇ ਹੋਵਾਂਗੇ, ਇਹਨਾਂ ਔਰਤਾਂ ਲਈ ਇੱਕ ਹੰਝੂ ਗੇਰ ਸਕਾਂਗੇ ਜਾਂ ਇੱਕ ਇਹਨਾਂ ਦੇ ਨਾਂ ਦਾ ਦੀਵਾ ਵੀ ਬਾਲਾਂਗੇ, ਕਿ ਹਮੇਸ਼ਾ ਇੱਕ ਗਿਣਤੀ ਲਏ ਬਗੈਰ ਹੀ ਬਸ ਇੰਝ ਹੀ ਇਹ ਚੱਲਦਾ ਕੰਮ ਇਸੇ ਤਰ੍ਹਾਂ ਹੀ ਤੋਰਦੇ ਰਹਾਂ? ਸਹੀ ਕਿਹਾ ਤੁਸੀਂ। ਮੈਂ ਵੀ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਕਾਫੀ ਭਾਵੁਕਤਾ ਭਰੀ ਜਿਹੜੀ ਇਹ ਸਾਰੀ ਰਿਪੋਰਟ ਰਹੀ ਆ। ਇੱਕ ਦੀਵਾ ਬਾਲਣਾ ਜਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਾ, ਕਿ ਸਾਡੇ ਸਮਾਜ ਨੂੰ ਹੁਣ ਇਹੋ ਜਿਹੀਆਂ ਜਦੋਂ ਘਟਨਾਵਾਂ ਜੇ ਉਹ ਪੜ੍ਹ ਲੈਣ ਜਾਂ ਸੁਣ ਲੈਣ, ਉਹ ਤੋਂ ਸਿੱਖਿਆ ਨਹੀਂ ਲੈਣੀ ਚਾਹੀਦੀ ਕਿ ਔਰਤਾਂ ਜਦੋਂ ਆਪਣੇ ਅਧਿਕਾਰਾਂ ਦੀ ਗੱਲ ਕਰਦੀਆਂ ਨੇ, ਤਾਂ ਉਹਨਾਂ ਨੂੰ ਦੱਬਿਆ ਜਾਂਦਾ, ਕੁਚਲਿਆ ਜਾਂਦਾ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਜੇ ਉਹ ਆਜ਼ਾਦੀ ਦੀ ਗੱਲ ਕਰਦੀਆਂ ਨੇ ਕਿ ਅਸੀਂ ਵੀ ਆਜ਼ਾਦ ਰਹਿਣਾ ਚਾਹੁੰਦੇ ਹਾਂ, ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਅਵਾਰਾ ਹੋਣ ਵੱਲ ਤੁਰ ਪਈਆਂ ਨੇ। ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਸਾਡੇ ਉਹ ਗਿਣਤੀ ਦੇ, ਮੈਂ ਫਿਰ ਕਹਿ ਦਿਆਂ ਗਿਣਤੀ ਦੇ ਉਹ ਲੋਕ ਜਿਹੜੇ ਕਿਸੇ ਵੀ ਔਰਤ ਵੱਲੋਂ ਆਵਾਜ਼ ਚੁੱਕੀ ਹੋਵੇ ਤੇ ਸਭ ਤੋਂ ਪਹਿਲੀ ਗੱਲ ਉਹਦੀ ਸੁਰਖੀ ਬਿੰਦੀ, ਚਿਹਰੇ ਦੀ ਮੁਸਕਾਨ, ਉਸਦੇ ਕੱਪੜੇ, ਤੇ ਫਿਰ ਉਸਨੂੰ ਭੰਡਣ ਤੇ ਕਿ ਇਹ ਆਵਾਰਾ ਹੈ, ਬਦਚਲਨ ਹੈ, ਆਪਣੇ ਆਪ ਨੂੰ ਮੀਡੀਆ ਵਿੱਚ ਜਾਗਰ ਕਰਨਾ ਚਾਹੁੰਦੀ, ਯਾਨੀ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਨੇ। ਜਦ ਕਿ ਬਹੁਤ, ਮੈਂ ਇਹ ਗਿਣਤੀ ਸਿਰਫ 2% ਜਾਂ 5% ਹੀ ਗਿਣਾਂਗੀ। ਕਿਉਂ 95% ਲੋਕ ਚੁੱਪ ਹੋ ਜਾਂਦੇ? ਮੈਂ ਉਹੀ ਗੱਲ ਦੁਹਰਾਉਂਦੀ ਹਾਂ, ਹੋ ਸਕਦਾ ਹੈ ਬਥੇਰਿਆਂ ਦੀ ਧੀ ਨਾ ਹੋਵੇ, ਹੋ ਸਕਦਾ ਹੈ ਬਥੇਰਿਆਂ ਦੀ ਭੈਣ ਨਾ ਹੋਵੇ, ਮਾਂ ਤਾਂ ਹਰ ਇੱਕ ਦੀ ਹੋਏਗੀ ਨਾ, ਮਾਂ ਤੋਂ ਬਗੈਰ ਤਾਂ ਕੋਈ ਵੀ ਨਹੀਂ ਜੰਮਿਆ। ਤੇ ਉਹ ਕਰਜ਼ਾ ਹੀ ਲਾਉਣਾ ਹੋਵੇ ਮਾਂ ਦੀ ਜ਼ਾਤ ਵਾਲਿਆਂ ਨਾਲ, ਤਾਂ ਕਿ ਇਸ ਤਰੀਕੇ ਆਪਣੀ ਮਾਂ ਬਾਰੇ ਵੀ ਸ਼ਬਦਾਵਲੀ ਬੋਲਣ? ਤੇ ਜੇ ਨਹੀਂ, ਤਾਂ ਬਾਕੀ ਚੁੱਪ ਕਿਉਂ ਨੇ? ਕਿਉਂ ਨਹੀਂ ਉਹ ਆਪਣੀਆਂ ਧੀਆਂ ਦੀ ਸੁਰੱਖਿਆ ਵਾਸਤੇ, ਆਪਣੀਆਂ ਭੈਣਾਂ ਦੀ ਸੁਰੱਖਿਆ ਵਾਸਤੇ ਜੋ ਇਹੋ ਜਿਹੀ ਸ਼ਬਦਾਵਲੀ ਵਰਤਣ ਵਾਲੇ ਨੇ, ਉਹਨਾਂ ਨੂੰ ਸਨੱਬ ਕਿਉਂ ਨਹੀਂ ਕਰਦੇ? ਕਿਉਂ ਉਹਨਾਂ ਨੂੰ ਮੂੰਹ ਤੋੜ ਜਵਾਬ ਨਹੀਂ ਦਿੰਦੇ ਕਿ ਕਾਕਾ ਜੋ ਬੋਲਿਆ ਜਾ ਰਿਹਾ ਉਹਦੇ ਵੱਲ ਗੌਰ ਕਰ,
ਨਾ ਕਿ ਤੂੰ ਸਿਰਫ ਔਰਤ ਨੂੰ ਇੱਕ ਜਿਸਮ ਮੰਨ ਕੇ ਉੱਥੇ ਤੱਕ ਸੀਮਤ ਹੋ ਜਾ। ਤੋ ਇਹੋ ਜਿਹੇ ਲੋਕਾਂ ਨੂੰ ਜਦ ਤੱਕ ਜਵਾਬ ਨਹੀਂ ਦਿੱਤਾ ਜਾਂਦਾ, ਖਿਮਾ ਕਰਿਓ ਜੰਗਲ ਦੀ ਅੱਗ ਹੁੰਦੀ ਜੇ, ਜੇ ਇਹਨੂੰ ਨਾ ਵੇਲੇ ਸਿਰ ਨਾ ਰੋਕਿਆ ਜਾਵੇ ਤਾਂ ਹਰ ਘਰ ਨੂੰ ਹੜੱਪ, ਜਿਵੇਂ ਉਹ ਦਰਖਤ ਕਰਦੇ ਨੇ, ਹਰ ਘਰ ਨੂੰ ਹੜੱਪ ਕਰ ਜਾਏਗੀ। ਤੋ ਇਹ 5% ਜੋ ਲੋਕ ਨੇ ਇਸ ਤਰੀਕੇ ਦੀ ਜੋ ਸ਼ਬਦਾਵਲੀ ਵਰਤਣ ਵਾਲੇ ਜਾਂ ਔਰਤ ਨੂੰ ਭੰਡਣ ਵਾਲੇ, ਉਹਨਾਂ ਲਈ ਜ਼ਰੂਰ ਤੁਹਾਡੇ ਵਰਗੇ ਮੀਡੀਆ ਹੋਰ ਬਹੁਤ ਸਾਰੇ ਬਹੁਤ ਹੀ ਸਾਰੇ ਮੈਂ ਕਹਿਣਾ ਚਾਹੁੰਦੀ ਹਾਂ, ਗਿਣਤੀ ਤੋਂ ਅਣਗਿਣਤ ਕਹਿ ਰਹੀ ਹਾਂ, ਕਿ ਜਿਹੜੇ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕਦੇ ਨੇ। ਪਰ ਉਹਨਾਂ ਨੂੰ ਇਹੋ ਜਿਹੇ ਲੋਕਾਂ ਦੇ ਵਿਰੁੱਧ ਵੀ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਭਾਈ ਤੁਸੀਂ ਘੱਟੋ ਘੱਟ ਇਹ ਸ਼ਬਦਾਵਲੀ ਤਾਂ ਨਾ ਵਰਤੋ ਨਾ ਕਿਸੇ ਵੀ ਔਰਤ ਲਈ, ਉਹਨੂੰ ਘੱਟੋ ਘੱਟ ਉਹ ਬਣਦੀ ਇੱਜ਼ਤ ਤਾਂ ਦਿਓ ਕਿ ਹਾਂ ਵੀ ਇਹ ਵੀ ਇੱਕ ਇਨਸਾਨ ਹੈ। ਇੰਨਾ ਕੁ ਤਾਂ ਗਿਣਨ ਦਾ ਹੱਕ ਜ਼ਰੂਰ ਹੋਣਾ ਚਾਹੀਦਾ। ਡਾਕਟਰ ਸਾਹਿਬ, ਕੀ ਤੁਸੀਂ ਮੰਨਦੇ ਹੋ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਵੰਡ ਦੇ ਦੁਖੜਿਆਂ ਦੀ, ਤਾਂ ਸਰਕਾਰਾਂ ਨੇ ਵੀ ਕਿਤੇ ਨਾ ਕਿਤੇ ਉਹ ਇੱਜ਼ਤ ਮਾਣ ਔਰਤਾਂ ਨੂੰ ਨਹੀਂ ਦਿੱਤਾ ਜਿਹੜਾ ਦੇਣਾ ਚਾਹੀਦਾ ਸੀ? ਉਹਨਾਂ ਦੀ ਸ਼ਹਾਦਤ ਨੂੰ ਉਸ ਤਰੀਕੇ ਨਾਲ ਯਾਦ ਨਹੀਂ ਕੀਤਾ ਗਿਆ? ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਵੇਖੋ ਨਾ, ਜਦੋਂ ਵੀ ਕਿਤੇ ਆਜ਼ਾਦੀ ਦੇ ਪਰਵਾਨਿਆਂ ਦੀ ਗੱਲ ਕੀਤੀ ਜਾਂਦੀ ਹੈ, ਮੈਨੂੰ ਲੱਗਦਾ ਜੇ ਗਿਣਤੀ 'ਚ ਹੀ ਆਪਾਂ ਆ ਜਾਈਏ ਨਾ, ਤਾਂ 3 ਜਾਂ 4 ਔਰਤਾਂ ਦਾ ਹੀ ਕਿਤੇ ਕਦੇ ਨਾ ਕਦੇ ਜ਼ਿਕਰ ਕੀਤਾ ਜਾਂਦਾ ਹੈ। ਬਾਕੀ ਫਨਾਹ ਕਰ ਦਿੱਤੀਆਂ ਜਾਂਦੀਆਂ ਨੇ। ਆਮ ਹੀ ਗੱਲ ਸੁਣਦੇ ਹੋਵੋਗੇ, ਗੁਲਾਬ ਕੌਰ ਦਾ ਨਾਮ ਲੈ ਲੈਂਦੇ ਹਾਂ ਆਪਾਂ, ਪਰ ਉਹਦੀ ਭੂਮਿਕਾ ਨੂੰ ਬਹੁਤਾ ਉਜਾਗਰ ਕਰਨ ਵਿੱਚ ਰੋਲ ਨਹੀਂ ਸੀਗਾ। ਇੰਝ ਹੀ ਬਿਲਕੁਲ ਅਹ ਮਾਈ ਭਾਗੋ ਦਾ ਨਾਂ ਜ਼ਿਕਰ ਜ਼ਰੂਰ ਆ ਜਾਂਦਾ ਜੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ 300 ਔਰਤਾਂ ਜਿਨ੍ਹਾਂ ਨੇ ਅੱਤ ਦਾ ਜ਼ੁਲਮ ਸਹਿਆ ਸੀ, ਜੇਲ੍ਹਾਂ ਦੇ ਅੰਦਰ ਚੱਕੀ ਦੇ ਪਾਟ ਛਾਤੀਆਂ ਤੇ ਰਖਵਾਏ ਸਨ, ਜਿਨ੍ਹਾਂ ਨੇ ਸਵਾ ਮਣ ਪੀਣ ਪੀ ਕੇ ਆਪਣੀ ਜਿਗਰ ਦੇ ਟੋਟਿਆਂ ਨੂੰ ਆਪਣੇ ਸਾਹਮਣੇ ਨੇਜ਼ਿਆਂ ਨਾਲ ਫੁੰਡਵਾ ਦਿੱਤਾ ਗਿਆ ਸੀ। ਜਦੋਂ ਉਹਨਾਂ ਦਾ ਜ਼ਿਕਰ ਹੀ ਨਹੀਂ ਅਸੀਂ ਕਰਦੇ, 300 ਔਰਤਾਂ ਦਾ ਅਸੀਂ ਕਹਿ ਦਿੰਦੇ ਹਾਂ ਨਾਮ ਹੀ ਨਹੀਂ ਪਤਾ, ਸਾਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਅਸੀਂ ਔਰਤ ਵੱਲੋਂ ਕੀਤੇ ਯੋਗਦਾਨ ਨੂੰ ਹਮੇਸ਼ਾ ਮਨਫੀ ਕਰਨ ਤੇ ਹੀ ਜ਼ੋਰ ਲਾ ਦਿੰਦੇ ਹਾਂ ਕਿ ਜੇ ਇਹ ਯਾਦ ਰੱਖ ਲਈਆਂ ਤਾਂ ਫਿਰ ਖੌਰੇ ਬਾਕੀਆਂ ਨੂੰ ਕਿਤੇ ਉੱਤੇ ਉਹਨਾਂ ਤੇ ਛਾ ਨਾ ਜਾਣ। ਕਦੇ ਵੀ ਅਜਿਹਾ ਨਹੀਂ ਵਾਪਰਦਾ, ਕਿਉਂਕਿ ਔਰਤਾਂ ਨੇ ਛਾਤੀਆਂ ਤੇ ਗੋਲੀਆਂ ਖਾਧੀਆਂ ਨੇ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ ਜਾਂ ਜਿਹੜੀਆਂ ਵੀ ਥਾਵਾਂ ਤੇ ਹੋਣ। ਪਰ ਉਹ ਔਰਤਾਂ ਨਦਾਰਦ ਹੁੰਦੀਆਂ ਨੇ ਜਦੋਂ ਕੋਈ ਯਾਦਗਾਰੀ ਸਮਾਰੋਹ ਹੋਵੇ, ਅਸੀਂ ਇੱਕ ਤਰਫਾ ਐਲਾਨ ਕਰ ਦਿੰਦੇ ਹਾਂ ਸਿਰਫ ਕਿ ਹਾਂ ਫਲਾਣਾ ਸਾਡਾ ਪੁੱਤਰ, ਫਲਾਣਾ ਸਾਡਾ ਵੀਰ। ਪਰ ਉਹ ਭੈਣ ਜਾਂ ਉਹ ਧੀ ਜਿਸਨੇ ਉਸ ਸਮੇਂ ਕੁਰਬਾਨੀ ਕੀਤੀ, ਜਾਂ ਸਾਡੀ ਮਾਂ ਦੀ ਉਮਰ ਦੀ ਨੇ ਜਿਹੜੀ ਆਪਣੀ ਜਾਨ ਵਾਰ ਦਿੱਤੀ, ਉਹ ਕਦੋਂ ਅਸੀਂ ਉਹਨਾਂ ਨੂੰ ਯਾਦ ਕਰਾਂਗੇ, ਕਦੋਂ ਉਹਨਾਂ ਨੂੰ ਵਾਪਸ ਉਜਾਗਰ ਕਰਾਂਗੇ? ਗੱਲ ਤਾਂ ਸਿਰਫ ਇਹ ਆਉਂਦੀ ਜੇ ਕਿ ਅਸੀਂ ਜੇ ਇਹ ਲਗਾਤਾਰ ਭੁਲਾਉਣ ਵੱਲ ਤੁਰੇ ਰਹੇ ਤਾਂ ਪਤਾ ਜੇ ਕੀ ਹੋਏਗਾ। ਹਾਲ ਇਹ ਹੋ ਜਾਣਾ ਹੈ ਕਿ ਸਾਡੀ ਜੇ ਅੱਜ ਕੋਈ ਮੰਮੀ ਮਿਲਦੀ ਜੇ ਨਾ, ਜੇ ਅਸੀਂ ਗੱਲ ਕਰੀਏ ਕੋਈ ਹਜ਼ਾਰਾਂ ਸਾਲ ਪੁਰਾਣੀ ਜਾਂ ਲੱਖਾਂ ਸਾਲ ਪੁਰਾਣੀ ਕੋਈ ਲਾਸ਼ ਮਿਲਦੀ ਜੇ ਉਹਦਾ ਪਿਛੋਕੜ ਲੱਭਣਾ ਹੋਵੇ ਨਾ, ਅੱਜ ਵੀ ਐਕਸ ਕ੍ਰੋਮੋਸੋਮ ਤੋਂ ਲੱਭਿਆ ਜਾਂਦਾ ਹੈ। ਯਾਨੀ ਉਹਦੀ ਮਾਂ ਦੇ ਕ੍ਰੋਮੋਸੋਮ ਤੋਂ ਹੀ ਲੱਭਿਆ ਜਾਂਦਾ ਕਿ ਕਿੱਥੇ ਦਾ ਸੀ, ਕਿਵੇਂ ਸੀ। ਯਾਨੀ ਉਹ ਕੁਦਰਤ ਨੇ ਇਸ ਤਰੀਕੇ ਦਾ ਆਧਾਰ ਬਣਾ ਕੇ ਭੇਜਿਆ ਹੋਇਆ ਕਿ ਸਾਡੀ ਪਛਾਣ ਲੱਖਾਂ ਸਾਲ ਬਾਅਦ ਵੀ ਜਿਸ ਦੇ ਕੁੱਖੋਂ ਜੰਮਿਆ ਉੱਥੋਂ ਹੀ ਲੱਭੀ ਜਾਏਗੀ। ਤਾਂ ਫਿਰ ਕਿਉਂ ਆਖਰ ਅਸੀਂ ਇਹ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ? ਕਿਉਂ ਅੱਖੋਂ ਪਰੋਖੇ ਕਰ ਰਹੇ ਹਾਂ? ਜੇ ਇਸੇ ਤਰ੍ਹਾਂ ਤੁਰਦਾ ਰਿਹਾ, ਇੱਕ ਗੱਲ ਸਿਰਫ ਮੈਂ ਆਖਰੀ ਨਾਲ ਖਤਮ ਕਰਨਾ ਚਾਹਾਂਗੀ, ਤਾਂ ਫਿਰ ਮਾਵਾਂ ਦੇ ਕੁੱਖੋਂ ਸ਼ੇਰ ਜਾਂ ਬੱਬਰ ਸ਼ੇਰ ਜੰਮਣੇ ਬੰਦ ਹੋ ਜਾਣੇ ਨੇ, ਕਿਉਂਕਿ ਅਸੀਂ ਮੁੰਡਿਆਂ ਆਪਣਿਆਂ ਨੂੰ, ਆਪਣੇ ਬੇਟਿਆਂ ਨੂੰ ਹੀਰੋ ਆਈਕਨ ਦਿਖਾਉਂਦੇ ਹਾਂ, ਪਰ ਆਪਣੀਆਂ ਬੇਟੀਆਂ ਨੂੰ ਜਦ ਤੱਕ ਅਸੀਂ ਆਈਕਨ ਨਹੀਂ ਦਿਖਾਵਾਂਗੇ ਨਾ, ਉਹ ਸੌਖੀਆਂ ਸ਼ਿਕਾਰ ਹੁੰਦੀਆਂ ਰਹਿਣਗੀਆਂ। ਇਸੇ ਤਰ੍ਹਾਂ ਹੀ ਟਰੋਫੀਆਂ ਹੀ ਬਣ ਕੇ ਰਹਿ ਜਾਣਗੀਆਂ। ਨਹੀਂ ਤਾਂ ਉਹਨਾਂ ਸਮਿਆਂ ਵਿੱਚ ਜੇ ਔਰਤ ਤਾਕਤਵਰ ਦਿਖਾ ਦਿੱਤੀ ਹੁੰਦੀ ਸੁਖਵਿੰਦਰ ਵੀਰੇ, ਤਾਂ ਉਦੋਂ ਵੀ ਜ਼ਹਿਰ ਖਾ ਕੇ ਮਰਨ ਦੀ ਥਾਂ ਤੇ ਇੱਕ ਧੀ ਜੇ ਆਪਣੀ ਚੁੱਕਦੀ ਤਲਵਾਰ 6 ਜਣਿਆਂ ਨੂੰ ਵੱਢ ਕੇ ਮਰੀ ਹੁੰਦੀ ਨਾ, ਇਤਿਹਾਸ ਕੁਝ ਹੋਰ ਹੋਣਾ ਸੀ। ਇਹ ਟਰੋਫੀਆਂ ਨਹੀਂ ਸੀ ਉਦੋਂ ਬਣਨੀਆਂ। ਕਾਰਨ ਸਿਰਫ ਇਹ ਕਿ ਔਰਤ ਨੂੰ ਅਸੀਂ ਹਮੇਸ਼ਾ ਕਮਜ਼ੋਰ, ਪਰਦੇ ਪਿੱਛੇ ਰਹਿਣ ਵਾਲੀ, ਕਾਨਸ ਤੇ ਰੱਖੀ ਤਸਵੀਰ ਇੱਕ ਬਦਲ ਦੇਣੀ ਹੈ, ਇੱਕ ਜਿਸਮ ਤੱਕ ਹੀ ਸੀਮਤ ਕਰ ਦਿੱਤਾ। ਉਹਦੇ ਅੰਦਰਲੀ ਮਾਈ ਭਾਗੋ ਪਛਾਣਨ ਦੀ ਕੋਸ਼ਿਸ਼ ਨਹੀਂ ਕਰ। ਬਿਲਕੁਲ, ਮੁਲਕ ਦੀ ਵੰਡ ਦੀ ਜਿਹੜੀ ਚੀਜ਼ ਆ ਉਹ ਸਾਡੇ ਵੀ ਵੱਡੇ ਵਡੇਰਿਆਂ ਨੇ ਦੇਖੀ ਆ
ਕਿ ਕਿਸ ਤਰ੍ਹਾਂ ਪਾਕਿਸਤਾਨ ਤੋਂ ਇੱਧਰ ਆ ਕੇ ਉਜਾੜ ਦਿੱਤਾ ਗਿਆ ਤੇ ਫਿਰ ਇੱਥੇ ਆ ਕੇ ਵਸੇ ਤੇ ਉਸ ਤੋਂ ਬਾਅਦ ਅੱਜ ਤੱਕ ਪੀੜ ਜਿਹੜੀ ਉਹ ਪੀੜ ਝੱਲਦੇ ਝੱਲਦੇ ਜਿਹੜੇ ਉਹ ਇਸ ਸੰਸਾਰ ਤੋਂ ਨਿਕਲ ਗਏ। ਪਰ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਪਰਿਵਾਰ ਅੱਜ ਵੀ ਮਹਿਸੂਸ ਕਰਦੇ ਨੇ ਕਿ ਸਾਡਾ ਪਿਛੋਕੜ ਉੱਥੋਂ ਦਾ ਆ, ਸਾਨੂੰ ਸਰਕਾਰਾਂ ਨੇ ਮਾਰਿਆ। ਮੈਂ ਡਾਕਟਰ ਸਾਹਿਬ ਆਖਰੀ ਸਵਾਲ, ਤੁਸੀਂ ਜਿਵੇਂ ਕਹਿੰਦੇ ਹੋ ਕਿ ਆਈਕਨ ਜਿਹੜਾ ਸਾਡਾ ਬਹੁਤ ਜ਼ਰੂਰੀ ਹੈ, ਉਹਦੇ ਬਾਰੇ ਸਾਡੇ ਲੋਕਾਂ ਨੂੰ ਜਾਂ ਸਾਡੀਆਂ ਬੱਚੀਆਂ ਨੂੰ ਜਾਂ ਸਾਡੀਆਂ ਮਾਤਾਵਾਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ, ਤਾਂ ਹੀ ਉਸ ਰਾਹ ਤੁਰਨਗੇ। ਆਜ਼ਾਦੀ ਤੋਂ ਬਾਅਦ ਦੀ ਮੈਂ ਗੱਲ ਜਿਹੜੀ ਆਖਰੀ ਸਵਾਲ ਤੇ ਲਿਆ ਕੇ ਕਰਨੀ ਆ ਕਿ ਸੰਘਰਸ਼ ਬਹੁਤ ਹੋਏ। ਹੁਣ ਜਿਹੜਾ ਲੇਟੈਸਟ ਸੰਘਰਸ਼ ਰਿਹਾ ਉਹ ਕਿਸਾਨੀ ਅੰਦੋਲਨ ਰਿਹਾ, ਉਹਦੇ ਵਿੱਚ ਔਰਤਾਂ ਦੀ ਭੂਮਿਕਾ, ਤੁਸੀਂ ਵੀ ਉੱਥੇ ਜਾ ਕੇ ਆਪਣਾ ਸਹਿਯੋਗ ਪਾਇਆ। ਤੇ ਰਹੀ ਗੱਲ ਇੱਕ ਪਾਸੇ ਉਹਨਾਂ ਔਰਤਾਂ ਦੀ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ, ਸ਼ਾਹੀਨ ਬਾਗ ਵਰਗੇ ਮੋਰਚਿਆਂ ਦੇ ਉੱਤੇ ਜਾ ਕੇ ਡਟੀਆਂ, 80-80 ਸਾਲ ਤੋਂ ਉੱਪਰ ਦੀ ਬਜ਼ੁਰਗ ਬੀਬੀਆਂ। ਇਧਰ ਕਿਸਾਨੀ ਅੰਦੋਲਨ ਚ ਸਾਡੀਆਂ ਪੰਜਾਬੀ ਭੈਣਾਂ ਮਾਵਾਂ ਨੇ ਉੱਥੇ ਆਪਣੀ ਹਾਜ਼ਰੀ ਯਕੀਨੀ ਬਣਾਈ। ਤੇ ਇੱਕ ਉਹ ਲੋਕ ਜਿਹੜੇ ਟਿਕਟੋਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਆਪਣੇ ਜਿਹੜੇ ਕਲਚਰ ਦਾ ਉਹ ਜਲੂਸ ਕੱਢਦੇ ਨੇ, ਉਹ ਵੀ ਕਿਤੇ ਨਾ ਕਿਤੇ ਸਵਾਲਾਂ ਚ ਹੁੰਦਾ ਕਿ ਸਾਡੀ ਪੰਜਾਬੀ ਪੀੜ੍ਹੀ ਕਿਹੜੇ ਪਾਸੇ ਜਾ ਰਹੀ। ਬਿਲਕੁਲ ਸਹੀ ਕਹਿੰਦੇ ਹੋ ਕਿ ਭਾਵੇਂ ਕੋਈ ਬਿਜ਼ਨਸ ਟਾਈਕੂਨ ਹੋਵੇ, ਭਾਵੇਂ ਖੇਡਾਂ ਦਾ ਮੈਦਾਨ ਹੋਵੇ, ਭਾਵੇਂ ਫੌਜ ਦੇ ਵਿੱਚ ਦੀ ਗੱਲ ਹੋਵੇ, ਪਾਇਲਟ ਬਣਨਾ ਹੋਵੇ, ਸਪੋਰਟਸ ਪਰਸਨ ਹੋਏ, ਯਾਨੀ ਹਰ ਥਾਂ ਤੇ ਤੁਸੀਂ ਭਾਵੇਂ ਸਕੂਲ ਕਾਲਜਿਸ ਵਿੱਚ ਦੇਖ ਲਓ, ਹਰ ਥਾਂ ਤੇ ਸਾਡੀਆਂ ਬੇਟੀਆਂ ਕਮਾਲ ਕਰ ਰਹੀਆਂ ਨੇ। ਇਹਦਾ ਮਤਲਬ ਇਹ ਕਿ ਸਾਡੇ ਬੇਟੇ ਵੀ ਕਮਾਲ ਕਰ ਰਹੇ ਨੇ, ਉਹਨਾਂ ਦੇ ਉੱਤੇ ਦੱਬ ਨਹੀਂ, ਉਹਨਾਂ ਨੂੰ ਦਬਾ ਨਹੀਂ ਪਾ ਰਹੀ। ਪਰ ਇੱਕ ਵੱਡਾ ਸੁਨੇਹਾ ਸਿਰਫ ਇਹ ਸੀ ਕਿ ਉਹ ਜਿੰਨਾ ਵੀ ਮਰਜ਼ੀ ਆਪਣੇ ਆਪ ਨੂੰ ਅਗਾਂਹ ਲਿਆਉਣ ਦੀ ਕੋਸ਼ਿਸ਼ ਕਰਨ, ਜਿਨ੍ਹਾਂ ਵਿੱਚ ਤੁਸੀਂ ਹੁਣ ਪਤਾ ਹੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿਸਾਨੀ ਸੰਘਰਸ਼ ਦੇ ਵਿੱਚ ਔਰਤਾਂ ਨੇ ਜਿੱਥੇ-ਜਿੱਥੇ ਤੱਕ ਦੇਖੀਏ ਬਜ਼ੁਰਗ ਔਰਤਾਂ ਨੇ ਵੀ ਕਮਾਲ ਕੀਤਾ, ਜਿੱਥੇ ਸਾਡੀਆਂ ਮਾਵਾਂ ਜਿਨ੍ਹਾਂ ਦੀਆਂ ਕਮਰਾਂ ਝੁਕੀਆਂ ਹੋਈਆਂ ਨਾਲ ਵੀ ਜਿਸ ਤਰੀਕੇ ਦੀ ਵੰਗਾਰ ਉਹ ਪਾਉਂਦੀਆਂ ਸਨ ਨਾ, ਤਾਂ ਉਹ ਸੁੱਤੇ ਹੋਏ ਜ਼ਮੀਰ ਵੀ ਜਾਗ ਕੇ ਖੜੇ ਹੋ ਜਾਂਦੇ। ਤੋ ਇਹ ਵੰਗਾਰ ਸਾਡੀ ਕਾਇਮ ਰਹਿਣੀ ਚਾਹੀਦੀ। ਇਸ ਨੂੰ ਦੱਬਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਯਾਨੀ ਔਰਤ ਜੇ ਆਪਣੇ ਆਪ ਨੂੰ ਨਾ ਇਸ ਤਰ੍ਹਾਂ ਅਗਾਂਹ ਲਿਆ ਸਕੀ, ਤਾਂ ਫਿਰ ਇਹ ਇਸ ਤਰ੍ਹਾਂ ਦੀ ਸ਼ਿਕਾਰ ਹਮੇਸ਼ਾ ਬਣਦੀ ਹੀ ਰਹੇਗੀ। ਜਿਵੇਂ ਹੁਣ ਵੀ ਰੋਜ਼ ਦੇ ਅਸੀਂ ਜੇ ਸਿਰਫ ਜ਼ਬਰ ਜਨਾਹ ਹੀ ਦੇਖ ਲਈਏ, ਜਿਨ੍ਹਾਂ ਦੀਆਂ ਰਿਪੋਰਟਾਂ ਦਰਜ ਹੋ ਰਹੀਆਂ ਨੇ, ਜਿਹੜੇ ਨਹੀਂ ਹੋ ਰਹੇ ਉਹ ਤਾਂ ਉਸ ਤੋਂ ਖਰੇ 60 ਗੁਣਾ ਵੱਧ ਹੋਣਗੇ। ਉਹ ਰਿਪੋਰਟਾਂ ਦਰਜ ਹੋਈਆਂ ਦੇ ਵਿੱਚ ਹੀ ਜੇ ਸੈਂਕੜਿਆਂ ਦੇ ਵਿੱਚ ਪਹੁੰਚ ਜਾਂਦੀਆਂ ਨੇ, ਤਾਂ ਤੁਸੀਂ ਅੰਦਾਜ਼ਾ ਲਾ ਲਵੋ ਕਿ ਕੀ ਹਾਲ ਹੋ ਰਿਹਾ ਜੇ ਜਿਨ੍ਹਾਂ 'ਚ ਘਰੇਲੂ ਹਿੰਸਾ ਜਾਂ ਘਰਾਂ ਦੇ ਅੰਦਰਲਾ ਤਸ਼ੱਦਦ ਵੱਖ ਜੇ। ਸੋ ਸਾਡੀਆਂ ਬੇਟੀਆਂ ਨੂੰ ਇਸ ਵੇਲੇ ਨਾ ਜੇ ਅਸੀਂ ਤਗੜੇ ਬਣਾਇਆ, ਤਾਂ ਫਿਰ ਇਹੀ ਦੌਰ ਚੱਲਦਾ ਰਹੇਗਾ। ਵਰਨਾ ਤਗੜੀਆਂ ਕਰਨ ਨਾਲ ਅਸੀਂ ਆਪਣੀ ਅੱਧਾ ਹਿੱਸਾ, ਵੇਖੋ ਜੇ ਸਾਡੀ ਆਬਾਦੀ ਕਰੋੜਾਂ ਵਿੱਚ ਤਾਂ ਹੀ ਗਿਣੀ ਜਾਊਗੀ ਜੇ ਅਸੀਂ ਅੱਧੇ ਹਿੱਸੇ ਨੂੰ ਗਿਣਨਾ ਛੱਡ ਕੇ ਪੂਰਾ ਹਿੱਸਾ ਗਿਣੀਏ। ਯਾਨੀ ਅਸੀਂ ਸਿਰਫ ਆਪਣੇ ਵੀਰਾਂ ਨੂੰ, ਆਪਣੇ ਪਿਓਆਂ ਨੂੰ, ਆਪਣੇ ਪੁੱਤਰਾਂ ਨੂੰ ਹੀ ਨਾ ਅਗਾਂਹ ਕਰੀਏ, ਨਾਲ ਖੜਾ ਕਰੀਏ ਧੀ ਨੂੰ, ਨਾਲ ਖੜਾ ਕਰੀਏ ਆਪਣੀ ਮਾਂ ਨੂੰ, ਆਪਣੀ ਭੈਣ ਨੂੰ, ਤਾਂ ਉਦੋਂ ਵੇਖੋ ਇਹ ਤਾਕਤ ਕਿਸ ਤਰੀਕੇ ਤੁਹਾਨੂੰ ਦੁੱਗਣੀ ਹੁੰਦੀ ਦਿਸੇਗੀ। ਉਹ ਲੋੜ ਹੈ ਅੱਜ ਸਮਾਜ ਦੀ ਕਿ ਜਿਨ੍ਹਾਂ ਨੇ ਹਰ ਵੇਲੇ ਆਪਣਾ ਯੋਗਦਾਨ ਪਾ ਕੇ ਵਿਖਾਤਾ, ਉਹਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ 90 ਵਰ੍ਹੇ ਦੀ ਪਈ ਮੰਜੇ ਤੇ ਪਈ ਮਾਂ ਨੇ ਵੀ ਜਿਸ ਦਿਨ ਵੰਗਾਰ ਦਿੱਤੀ ਨਾ ਆਪਣੇ ਦੁੱਧ ਦੀ, ਤਾਂ ਉਹ ਲਹੂ ਖੌਲੇਗਾ ਜ਼ਰੂਰ। ਤੇ ਇੱਕ ਮੁਰਦਾ ਪਿਆ ਨਾਲੀ 'ਚ ਜਿਹੜਾ ਮੁੱਧਾ ਪਿਆ ਜੇ ਨਾ, ਉਹ ਵੀ ਖੜਾ ਹੋ ਕੇ ਛਾਤੀ ਤੇ ਗੋਲੀ ਖਾ ਸਕਦਾ। ਸੋ ਇਸ ਤਾਕਤ ਨੂੰ ਅਣਦੇਖਾ ਨਾ ਕਰੀਏ। ਇਹ ਔਰਤ ਦੀ ਇੱਕ ਵੱਖ ਪਛਾਣ ਹੀ ਸਿਰਫ ਇਸ ਕਾਰਨ ਹੈ ਕਿ ਇਹੀ ਜੇ ਗਿੱਦੜਾਂ ਨੂੰ ਵੀ ਜਨਮ ਦੇਣ ਵਾਲੀ, ਇਹੀ ਹੈ ਸ਼ੇਰਾਂ ਨੂੰ ਵੀ ਜਨਮ ਦੇਣ ਵਾਲੀ। ਤੇ ਮਾਂ ਦਾ ਹੀ ਰੋਲ ਹੁੰਦਾ ਜੇ ਜਿਹੜੀ 6 ਵਜੇ ਤੇ ਆਪਣੇ ਪੱਲੂ ਵਿੱਚ ਲੁਕਾ ਵੀ ਸਕਦੀ ਹੈ, ਤੇ ਇਹੀ ਮਾਂ ਜੇ ਜਿਹੜੀ ਕਹਿ ਸਕਦੀ ਹੈ 6 ਵਜੇ ਤੇ ਪਰਵਾਹ ਨਾ ਕਰ ਓਏ, ਮੇਰਾ ਪੁੱਤਰ ਉਦਣ ਹੀ ਖਵਾਏਗਾ ਜਿੱਦਣ ਸ਼ੇਰ ਦਾ ਜਬਾੜਾ ਪਾੜ ਕੇ ਆਇਆ। ਤਾਂ ਲਹੂ ਗਰਮਾਉਣ ਲਈ ਇਹ ਵੰਗਾਰ ਸਾਡੀਆਂ ਮਾਵਾਂ ਵੱਲੋਂ ਆਉਂਦੀ ਰਹਿਣੀ ਚਾਹੀਦੀ ਹੈ। ਉਹ ਤਾਂ ਹੀ ਸੰਭਵ ਹੈ ਜੇ ਇਹਨਾਂ ਦਾ ਯੋਗਦਾਨ ਹਰ ਪਹਿਲੂ, ਹਰ ਸਮੇਂ ਅਸੀਂ ਯਾਦ ਰੱਖਾਂ। ਬਿਲਕੁਲ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਇਤਿਹਾਸ ਪੜ੍ਹਨਾ ਚਾਹੀਦਾ, ਜਾਣੂ ਹੋਣਾ ਚਾਹੀਦਾ ਕਿ ਸਾਡੇ ਅਸਲ ਨਾਇਕ ਕੌਣ ਨੇ। ਜੇ ਪਛਾਣੋਗੇ ਤਾਂ ਤੁਹਾਨੂੰ ਜ਼ਰੂਰ ਜਿਹੜੀ ਉਹਨਾਂ ਦੀ ਕਦਰ ਹੋਏਗੀ, ਸਲਾਮ ਵੀ ਕਰੋਗੇ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੋਗੇ। ਉਮੀਦ ਕਰਦੇ ਹਾਂ ਕਿ ਸਰਕਾਰਾਂ ਔਰਤਾਂ ਨੂੰ ਉਹ ਰੁਤਬਾ, ਉਹ ਮਾਣ ਸਨਮਾਨ ਦੇਣਗੀਆਂ ਜਿਨ੍ਹਾਂ ਦਾ ਉਹ ਹੱਕਦਾਰ ਨੇ, ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਆਪਣਾ
ਯੋਗਦਾਨ ਪਾਇਆ, ਜਾਂ ਉਸ ਤੋਂ ਬਾਅਦ ਅੱਜ ਵੀ ਬਹੁਤ ਔਰਤਾਂ ਨੇ ਹਰ ਫੀਲਡ ਦੇ ਵਿੱਚ ਜਿਹੜਾ ਆਪਣਾ ਨਾਮ ਖੱਟ ਰਹੀਆਂ ਨੇ। ਸਾਡੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਕ ਬਹੁਤ ਵੱਡੀ ਮਿਸਾਲ ਹੋ ਜਾਂਦੀ ਹੈ ਜੇ ਕਿਤੇ ਇਸ ਪਾਸੇ ਵੱਲ ਨੂੰ ਸਾਡੀਆਂ ਬੱਚੀਆਂ ਵੀ ਸੋਚਣ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।